प्यारे विद्यार्थियों, सत श्री अकाल। अज की इस वीडियो आप गल करांगे समाजिक धार्मिक लहरां बारे। 11वीं जमात का महत्वपूर्ण टॉपिक है। शुरू करते हैं। समाजिक धार्मिक अंदोलनों के शुरू होने के कारण समाजिक धार्मिक कुरीतियां 19वीं सदी के भारत विच कई समाजिक धार्मिक कुरीतियां पैदा हो गई। जाति प्रथा ने समाज नूं कई जातियों उपजातियों च वंड दिता, जिस नाल समाज की एकता खतरे विच पै गई। इस्त्री नाल सब तो वध कुरीतियां कन्या हत्या, बाल विआह, परदा, छती प्रथा, विधवा विआह का ना होना आदि समाज नूं मजबूत नीहां उत्ते खड़ा करन लई इन्हां कुरीतियां नूं दूर करन लई लोड़ महसूस हुई। समाज सुधारकां दा पैदा होना। उस समय अनेकां समाज सुधारक ने जन्म लिया, जिन्हां विच स्वामी रामकृष्ण परमहंस, स्वामी दयानंद सरस्वती, राजा राम मोहन राय, बाबा दयाल सिंह, बाबा राम सिंह जी ने समाजिक कुरीतियां नूं दूर करन दे यतन कीते। ईसाई मिशनरियां दा प्रचार। उस समय भारत विच अंग्रेज़ां दा राज खत्म होने कारण काफ़ी ईसाई मिशनरी भारत आ गए। जिस कारण वड्डी गिनती विच हिंदू अते मुसलमान ईसाई बनन लगे, जिस कारण अपने धर्म नूं बचाउण लई सुधारकां ने लोड़ींदे कदम चुके। पश्चिमी सिक्ख्या अते ਸਾਹਿਤ ਦਾ प्रसार। उस समय काफ़ी भारती सिੱਖਿਆ ਲਈ इंग्लैंड गए। उन्हां दा विचार सी कि पश्चिमी सिੱਖਿਆ ਦੇ ਨਾਲ समाज ਵਿੱਚ नवीं जागृति पैदा होवेगी। प्राचीन भारती ਸਾਹਿਤ ਅਤੇ संस्कृत ਦੀਆਂ खोजां। काफ़ी विद्वानां ने भारती इतिहास ਅਤੇ संस्कृति संबंधी नवीं खोजां कीतियां, जिस ਤੋਂ पता लगदा है कि ਭਾਰਤ ਦਾ प्राचीन इतिहास ਬਹੁਤ ਗੌਰਵਮਈ ਸੀ। ਰੇਲ ਅਤੇ ਡਾਕ ਦਾ ਵਿਸਥਾਰ। ਉਸ ਸਮੇਂ ਰੇਲ ਅਤੇ ਡਾਕ ਦਾ ਵਿਸਥਾਰ ਨੇ ਦੇਸ਼ ਦੇ ਭਿੰਨ ਹਿੱਸਿਆਂ ਨੂੰ ਇੱਕ ਦੂਸਰੇ ਨਾਲ ਜੋੜ ਦਿੱਤਾ। ਰੇਲ ਰਾਹੀਂ ਸਮਾਜ ਸੁਧਾਰਕ ਲਈ ਦੇਸ਼ ਦੇ ਭਿੰਨ ਹਿੱਸਿਆਂ ਵਿੱਚ ਜਾਣਾ ਸੌਖਾ ਹੋ ਗਿਆ। ਪ੍ਰੈਸ ਦੀ ਦੇਣ। ਇਸ ਨਾਲ ਸਮਾਜ ਸੁਧਾਰਕਾਂ ਦੇ ਵਿਚਾਰ ਅਖਬਾਰਾਂ ਰਾਹੀਂ ਲੋਕਾਂ ਤੱਕ ਪਹੁੰਚਣ ਲੱਗੇ। ਬ੍ਰਾਹਮੋ ਸਮਾਜ। ਉਹਨਾਂ ਨੇ 1814 ਈਸਵੀ ਵਿੱਚ ਨੌਕਰੀ ਛੱਡ ਕੇ ਧਰਮ ਪ੍ਰਚਾਰ ਅੰਦੋਲਨ ਸ਼ੁਰੂ ਕੀਤਾ ਅਤੇ 1828 ਈਸਵੀ ਵਿੱਚ ਬ੍ਰਾਹਮੋ ਸਮਾਜ ਦੀ ਨੀਂਹ ਰੱਖੀ। ਉਹਨਾਂ ਨੇ ਬਾਲ ਵਿਆਹ, ਬਹੁ ਵਿਆਹ, ਪਰਦਾ ਤੇ ਸਤੀ ਪ੍ਰਥਾ ਵਿਰੁੱਧ ਆਵਾਜ਼ ਉਠਾਈ। ਤਾਂ 1829 ਈਸਵੀ ਵਿੱਚ ਲਾਰਡ ਵਿਲੀਅਮ ਬੈਂਟਿੰਗ ਨੇ ਸਤੀ ਪ੍ਰਥਾ ਨਜਾਇਜ਼ ਘੋਸ਼ਿਤ ਕਰ ਦਿੱਤੀ। ਉਸਨੇ ਕਈ ਦੇਵੀ ਦੇਵਤਿਆਂ ਦੀ ਥਾਂ 'ਤੇ ਇੱਕ ਰੱਬ ਦੀ ਪੂਜਾ ਦਾ ਉਪਦੇਸ਼ ਦਿੱਤਾ। ਉਹਨਾਂ ਨੇ
ਅੰਧ ਵਿਸ਼ਵਾਸ, ਕਰਮ ਕਾਂਡਾਂ, ਮੂਰਤੀ ਪੂਜਾ ਦਾ ਵੀ ਵਿਰੋਧ ਕੀਤਾ। ਉਹਨਾਂ ਤੋਂ ਬਾਅਦ ਦੇਵੇਂਦਰ ਨਾਥ ਟੈਗੋਰ, ਕੇਸ਼ਵ ਚੰਦਰ ਸੇਨ ਨੇ ਅਗਵਾਈ ਸੰਭਾਲੀ। ਇਸ ਦੀ ਸਥਾਪਨਾ 1828 ਈਸਵੀ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਕੀਤੀ। ਰਾਜਾ ਰਾਮ ਮੋਹਨ ਰਾਏ ਦਾ ਜਨਮ 1772 ਈਸਵੀ ਨੂੰ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਪਿੰਡ ਰਾਧਾਨਗਰ ਵਿਖੇ ਪਿਤਾ ਰਮਾਕਾਂਤ ਦੇ ਘਰ ਮਾਤਾ ਤਰਨੀ ਦੇਵੀ ਦੀ ਕੁੱਖੋਂ ਹੋਇਆ। 1811 ਈਸਵੀ ਵਿੱਚ ਉਸ ਦੇ ਭਰਾ ਜਗਨਨਾਥ ਦੀ ਮੌਤ ਤੋਂ ਬਾਅਦ ਭਾਬੀ ਨੇ ਸਤੀ ਪ੍ਰਥਾ ਹੋਣ ਨੇ ਰਾਏ ਦੇ ਦਿਲ ਉੱਤੇ ਕਾਫੀ ਪ੍ਰਭਾਵ ਪਾਇਆ ਅਤੇ ਤਾਂ ਉਸਨੇ ਸਤੀ ਪ੍ਰਥਾ ਖਤਮ ਕਰਾਉਣ ਦੀ ਸਹੁੰ ਖਾਧੀ। ਰਾਮ ਕ੍ਰਿਸ਼ਨ ਮਿਸ਼ਨ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦੇ ਸਿਸ਼ ਸਵਾਮੀ ਵਿਵੇਕਾਨੰਦ ਨੇ 1896 ਈਸਵੀ ਵਿੱਚ ਕਲਕੱਤਾ ਦੇ ਨੇੜੇ ਬੇਲੂਰ ਮੱਠ ਵਿਖੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਉਹਨਾਂ ਦਾ ਬਚਪਨ ਦਾ ਨਾਂ ਗੰਗਾਧਰ ਸੀ। ਉਹ ਕਲਕੱਤਾ 'ਚ ਦਕਸ਼ਿਨੇਸ਼ਵਰ ਮੰਦਰ ਦੇ ਪੁਜਾਰੀ ਬਣ ਗਏ। ਉਹ ਕਾਲੀ ਮਾਤਾ ਦੇ ਭਗਤ ਸਨ। ਮਹਾਰਾਸ਼ਟਰ ਵਿੱਚ ਸੁਧਾਰ ਅੰਦੋਲਨ, ਪ੍ਰਾਰਥਨਾ ਸਭਾ। 1849 ਈਸਵੀ ਵਿੱਚ ਮਹਾਰਾਸ਼ਟਰ ਵਿੱਚ ਪਰਮਹੰਸ ਮੰਡਲੀ ਦੀ ਸਥਾਪਨਾ ਹੋਈ। ਇਸ ਨੇ ਰੱਬ ਦੀ ਪੂਜਾ, ਰੱਬ ਦੀ ਏਕਤਾ ਦੇ ਸਿਧਾਂਤ ਦਾ ਪ੍ਰਚਾਰ ਕੀਤਾ, ਜਾਤੀ ਪ੍ਰਥਾ ਦਾ ਖੰਡਨ ਕੀਤਾ, ਇਸਤਰੀ ਸਿੱਖਿਆ ਲਈ ਵਿਸ਼ੇਸ਼ ਯਤਨ ਕੀਤੇ, ਰਾਤ ਦੇ ਸਕੂਲਾਂ ਦੀ ਸਥਾਪਨਾ ਕੀਤੀ। ਮਹਾਤਮਾ ਜੋਤੀਬਾ ਫੂਲੇ ਨੇ ਇਸਤਰੀਆਂ ਦੀ ਦਸ਼ਾ ਸੁਧਾਰਨ ਲਈ ਵਿਸ਼ੇਸ਼ ਯਤਨ ਕੀਤੇ। ਉਹਨਾਂ ਨੇ ਪੂਨੇ ਵਿੱਚ ਲੜਕੀਆਂ ਲਈ ਇੱਕ ਸਕੂਲ ਖੁਲ੍ਹਵਾਇਆ ਅਤੇ ਉਹਨਾਂ ਦੀ ਪਤਨੀ ਸਾਵਿਤਰੀ ਬਾਈ ਫੂਲੇ ਪਹਿਲੀ ਅਧਿਆਪਕ ਬਣੀ। ਗੋਪਾਲ ਹਰੀ ਦੇਸ਼ ਨੇ ਵੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਯਤਨ ਕੀਤੇ। 1867 ਈਸਵੀ ਵਿੱਚ ਮਹਾਰਾਸ਼ਟਰ ਵਿੱਚ ਪ੍ਰਾਰਥਨਾ ਸਭਾ ਦੀ ਸਥਾਪਨਾ ਕੀਤੀ ਗਈ। ਇਸ ਦੇ ਆਗੂ ਮਹਾਦੇਵ ਰਾਨਾਡੇ ਅਤੇ ਰਾਮ ਕ੍ਰਿਸ਼ਨ ਗੋਪਾਲ ਪੰਡੇਕਰ ਸਨ। ਇਹਨਾਂ ਨੇ ਜਾਤੀ ਪ੍ਰਥਾ ਦਾ ਖੰਡਨ ਕੀਤਾ ਅਤੇ ਸਮਾਜ ਵਿੱਚ ਏਕਤਾ ਦੇ ਯਤਨ ਕੀਤੇ। ਕਈ ਵਿਦਿਅਕ ਸੰਸਥਾਵਾਂ ਅਤੇ ਯਤੀਮਖਾਨੇ ਖੋਲ੍ਹੇ। ਅਲੀਗੜ੍ਹ ਅੰਦੋਲਨ ਮੁਸਲਮਾਨਾਂ 'ਚ ਇਸਲਾਮ ਨਿਯਮਾਂ ਦੇ ਆਧਾਰ 'ਤੇ ਸਮਾਜ ਸੁਧਾਰ ਲਈ ਅਤੇ ਪੱਛਮੀ ਸਿੱਖਿਆ ਦੇ ਪ੍ਰਸਾਰ ਲਈ ਸਰ ਸੱਯਦ ਅਹਿਮਦ ਖਾਨ ਨੇ ਅਲੀਗੜ੍ਹ ਵਿਖੇ ਇੱਕ ਅੰਦੋਲਨ ਸ਼ੁਰੂ ਕੀਤਾ, ਜਿਸ ਨੂੰ ਅਲੀਗੜ੍ਹ ਅੰਦੋਲਨ ਕਿਹਾ ਜਾਂਦਾ ਹੈ। ਸਰ ਸੱਯਦ ਖਾਨ ਦਾ ਜਨਮ 1817 ਈਸਵੀ ਨੂੰ ਦਿੱਲੀ ਵਿਖੇ ਹੋਇਆ। ਉਹ ਮੁਸਲਿਮ ਉੱਚ ਘਰਾਣੇ ਨਾਲ ਸੰਬੰਧ ਰੱਖਦੇ ਸਨ। 1837 ਈਸਵੀ ਵਿੱਚ ਉਹ ਈਸਟ ਇੰਡੀਆ ਕੰਪਨੀ 'ਚ ਕਲਰਕ ਬਣੇ। 1757 ਈਸਵੀ ਦੇ ਵਿਦਰੋਹ 'ਚ ਉਹਨਾਂ ਅੰਗਰੇਜ਼ਾਂ ਦੀ ਮਦਦ ਕੀਤੀ। 1875 ਈਸਵੀ ਵਿੱਚ ਉਹਨਾਂ ਨੇ ਅਲੀਗੜ੍ਹ ਵਿਖੇ ਮੁਹੰਮਦ
ਡਨ ਐਂਗਲੋ ਓਰੀਐਂਟਲ ਕਾਲਜ ਦੀ ਨੀਂਹ ਰੱਖੀ। ਸਰ ਸੈਯਦ ਖਾਂ ਦੀਆਂ ਅੰਗਰੇਜ਼ੀ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਧਿਆਨ 'ਚ ਰੱਖਦੇ ਹੋਏ 1888 ਈਸਵੀ ਵਿੱਚ ਉਹਨਾਂ ਨੂੰ ਸਰ ਦੀ ਉਪਾਧੀ ਦਿੱਤੀ ਗਈ। 1899 ਈਸਵੀ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। 1920 ਵਿੱਚ ਅਲੀਗੜ੍ਹ ਦੇ ਮੋਹਮਡਨ ਓਰੀਐਂਟਲ ਕਾਲਜ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਾ ਦਿੱਤਾ। ਉਹਨਾਂ ਨੇ ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਨੂੰ ਸੁਧਾਰਨ ਲਈ ਪਰਦੇ, ਬਾਲ ਵਿਆਹ ਅਤੇ ਤਲਾਕ ਦੀ ਪ੍ਰਥਾ ਦਾ ਵਿਰੋਧ ਕੀਤਾ। ਆਰੀਆ ਸਮਾਜ ਇਸ ਦੀ ਸਥਾਪਨਾ 1875 ਈਸਵੀ ਵਿੱਚ ਸਵਾਮੀ ਦਇਆਨੰਦ ਸਰਸਵਤੀ ਨੇ ਕੀਤੀ। ਆਰੀਆ ਸਮਾਜ ਦੇ ਸਿਧਾਂਤਾਂ ਦਾ ਆਧਾਰ ਵੇਦਾਂ ਦਾ ਗਿਆਨ ਸੀ। ਉਹਨਾਂ ਦਾ ਜਨਮ 1824 ਈਸਵੀ ਵਿੱਚ ਗੁਜਰਾਤ ਕਾਠੀਆਵਾੜ ਵਿੱਚ ਮੋਰਬੀ ਵਿਖੇ ਹੋਇਆ। ਉਹਨਾਂ ਦੇ ਬਚਪਨ ਦਾ ਨਾਮ ਮੂਲ ਸ਼ੰਕਰ ਸੀ। ਉਹਨਾਂ ਦੇ ਪਿਤਾ ਅੰਬਾ ਸ਼ੰਕਰ ਇੱਕ ਸਨਾਤਨੀ ਬ੍ਰਾਹਮਣ ਸਨ ਤੇ ਰਿਆਸਤ ਵਿੱਚ ਉੱਚੇ ਅਹੁਦੇ 'ਤੇ ਸਨ। 1845 ਈਸਵੀ ਵਿੱਚ ਇਹ ਸੱਚੇ ਗੁਰੂ ਦੀ ਭਾਲ ਵਿੱਚ ਘਰੋਂ ਨਿਕਲ ਗਏ। ਉਹਨਾਂ ਨੇ ਵੇਦਾਂ ਦੇ ਗਿਆਨ ਦਾ ਪ੍ਰਚਾਰ ਕੀਤਾ। ਉਹ ਮੂਰਤੀ ਪੂਜਾ, ਕਰਮ ਕਾਂਡਾਂ ਤੇ ਅੰਧ ਵਿਸ਼ਵਾਸਾਂ ਦਾ ਵਿਰੁੱਧ ਸਨ। 1874 ਈਸਵੀ ਵਿੱਚ ਉਹਨਾਂ ਨੇ ਸਤਿਆਰਥ ਪ੍ਰਕਾਸ਼ ਗ੍ਰੰਥ ਰਚਿਆ। ਉਹਨਾਂ ਨੇ ਕਿਹਾ ਕਿ ਈਸ਼ਵਰ ਹੀ ਸੱਚੇ ਗਿਆਨ ਦਾ ਸੋਮਾ ਹੈ। ਉਹ ਇੱਕ ਹੈ, ਉਹ ਸਰਬ ਸ਼ਕਤੀਮਾਨ ਤੇ ਸਰਬ ਵਿਆਪੀ ਹੈ। 1899 ਈਸਵੀ ਵਿੱਚ DAV ਸੰਸਥਾ ਸਥਾਪਿਤ ਕੀਤੀ। ਹੁਣ 550 DAV ਸੰਸਥਾਵਾਂ ਕੰਮ ਕਰ ਰਹੀਆਂ ਹਨ। ਉਹਨਾਂ ਨੇ ਨਸ਼ਾ, ਜੂਆ, ਵੇਸਵਾਪਨ ਤੋਂ ਸਮਾਜ ਨੂੰ ਮੁਕਤ ਕਰਨ ਦਾ ਯਤਨ ਕੀਤਾ। ਨਿਰੰਕਾਰੀ ਲਹਿਰ, ਇਸ ਦੀ ਸਥਾਪਨਾ ਬਾਬਾ ਦਿਆਲ ਜੀ ਨੇ ਕੀਤੀ ਅਤੇ ਇਹ ਸ਼ੁੱਧਤਾ ਤੇ ਵਾਪਸੀ ਦੀ ਲਹਿਰ ਸੀ। ਉਹਨਾਂ ਨੇ ਸਿੱਖ ਧਰਮ ਨੂੰ ਇਹਦੇ ਮੁੱਢਲੇ ਸਮੇਂ ਵੱਲ ਮੋੜਨ ਦੀ ਮੰਗ ਸੀ। 1840 ਦੇ ਦਹਾਕੇ ਦੇ ਦੌਰਾਨ ਨਿਰਾਕਾਰ ਵਜੋਂ ਰੱਬ ਦੀ ਪੂਜਾ 'ਤੇ ਜ਼ੋਰ ਦਿੱਤਾ। ਉਹਨਾਂ ਨੇ ਹਰ ਕਿਸਮ ਦੀਆਂ ਮੂਰਤੀ ਪੂਜਾ ਨਾਲ ਜੁੜੀਆਂ ਰਸਮਾਂ, ਬ੍ਰਾਹਮਣ ਪੁਜਾਰੀਆਂ ਨੂੰ ਵੀ ਰੱਦ ਕਰ ਦਿੱਤਾ। ਨਿਰੰਕਾਰੀਆਂ ਨੇ ਗੁਰੂ ਨਾਨਕ ਦੇਵ ਜੀ ਦੀ ਅਤੇ ਆਦਿ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਅਤੇ ਅਧਿਕਾਰ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਅਤੇ ਧਰਮ ਦੇ ਫਰਜ਼ੀਕਰਨ ਤੋਂ ਪਹਿਲਾਂ ਸਿੱਖ ਧਰਮ ਉੱਤੇ ਧਿਆਨ ਕੇਂਦਰਿਤ ਕੀਤਾ। ਨਿਰੰਕਾਰੀਆਂ ਨੇ ਕਿਹਾ ਕਿ ਇਸਤਰੀ ਨੂੰ ਬਾਲ ਜਨਮ ਸਮੇਂ ਅਪਵਿੱਤਰ ਨਾ ਸਮਝਣਾ, ਵਿਆਹ ਸਮੇਂ ਦਾਜ ਨਾ ਤਾਂ ਰੌਸ਼ਨੀਆਂ ਦੇਵੇ ਅਤੇ ਨਾ ਹੀ ਮਿਠਾਈਆਂ ਪ੍ਰਸਾਦ ਨਦੀਆਂ ਵਿੱਚ ਜਾਣ ਅਤੇ ਬ੍ਰਾਹਮਣਾਂ ਨੂੰ ਰਸਮਾਂ ਨਿਭਾਉਣ ਬਦਲੇ ਭੁਗਤਾਨ ਨਾ ਕਰਨ। ਉਹਨਾਂ ਦਾ ਮੰਤਰ ਸੀ, ਧੰਨ ਨਿਰੰਕਾਰ ਅਮੂਰਤ ਗੁਰੂ ਦੀ ਉਸਤਤ, ਦੇਹਧਾਰੀ ਸਵਾ ਖਵਾਰ। ਦੇਹਧਾਰੀਆਂ ਦੀ ਪੂਜਾ ਕਿਸੇ ਤਰ੍ਹਾਂ ਵੀ ਲਾਭ ਨਹੀਂ। 1851 ਵਿੱਚ ਉਹਨਾਂ ਨੇ ਰਾਵਲਪਿੰਡੀ ਵਿਖੇ ਨਿਰੰਕਾਰ ਦਰਬਾਰ ਬਣਾਇਆ, ਜਿਸ ਦਾ ਨਾਂ ਦਿਆਲ ਸਰ ਰੱਖਿਆ। 1947 ਈਸਵੀ
ਪੰਜਾਬ ਭਾਰਤ ਦੀ ਵੰਡ ਕਰਕੇ ਪਹਿਲਾਂ ਅੰਮ੍ਰਿਤਸਰ ਫਿਰ ਚੰਡੀਗੜ੍ਹ ਬਦਲੇ ਗਏ। ਸਿੱਖਾਂ ਵਿੱਚ ਸੁਧਾਰ ਲਿਆਉਣ ਲਈ ਇਹ ਲਹਿਰ ਮੋਢੀ ਲਹਿਰ ਸੀ ਅਤੇ ਸਿੱਖ ਮਰਿਆਦਾ ਦੀ ਪਹਿਰੇਦਾਰ ਬਣ ਕੇ ਉੱਭਰੀ। ਨਾਮਧਾਰੀ ਜਾਂ ਕੂਕਾ ਲਹਿਰ, ਇਸ ਦੀ ਨੀਂਹ ਬਾਬਾ ਬਾਲਕ ਸਿੰਘ 1797 1862 ਈਸਵੀ ਨੇ ਰੱਖੀ। ਉਹ ਭਗਤ ਜਵਾਹਰ ਮੱਲ ਦੇ ਸੱਚੇ ਭਗਤ ਸਨ। ਉਹ ਹਜ਼ਾਰੋਂ ਦੇ ਵਾਸੀ ਸਨ। ਉਹਨਾਂ ਨੇ ਆਪਣੇ ਭਗਤਾਂ ਨੂੰ ਗੁਰੂਆਂ ਵੱਲੋਂ ਦੱਸੇ ਸੱਚੇ ਰਾਹ 'ਤੇ ਵੱਲ ਮੁੜਨ ਦਾ ਸੁਨੇਹਾ ਦਿੱਤਾ। ਉਹਨਾਂ ਨੇ ਆਪਣੇ ਭਗਤਾਂ ਨੂੰ ਆਨੰਦ ਰਸਮ ਅਨੁਸਾਰ ਵਿਆਹ ਸੰਪੰਨ ਕਰਨ ਲਈ ਕਿਹਾ। ਵਾਧੂ ਪੈਸੇ ਖਰਚ ਕਰਨ ਦੀ ਮਨਾਹੀ ਕੀਤੀ। ਬਾਬਾ ਰਾਮ ਸਿੰਘ ਜੀ ਆਪ ਦੇ ਉੱਤਰਾਧਿਕਾਰੀ ਬਣੇ। ਉਹਨਾਂ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਨੌਕਰੀ ਕੀਤੀ। ਉਹਨਾਂ ਨੇ ਭੈਣੀ ਨੂੰ ਆਪਣਾ ਕੇਂਦਰ ਬਣਾ ਕੇ ਧਰਮ ਪ੍ਰਚਾਰ ਕੀਤਾ। ਉਹਨਾਂ ਨੇ ਕਿਹਾ ਕਿ ਝੂਠ ਨਾ ਬੋਲੋ, ਚੋਰੀ ਨਾ ਕਰੋ, ਤੰਬਾਕੂ, ਸ਼ਰਾਬ, ਮੀਟ ਦੀ ਵਰਤੋਂ ਨਾ ਕਰੋ, ਕੰਨਿਆ ਹੱਤਿਆ ਨਾ ਕਰੋ, ਸਰਕਾਰੀ ਨੌਕਰੀ ਨਾ ਕਰੋ, ਸਰਕਾਰੀ ਸਕੂਲਾਂ ਵਿੱਚ ਬੱਚੇ ਨਾ ਪੜ੍ਹਾਓ, ਵਿਦੇਸ਼ੀ ਵਸਤਾਂ ਨਾ ਵਰਤੋ ਅਤੇ ਸਰਕਾਰੀ ਡਾਕ ਦੀ ਵਰਤੋਂ ਨਾ ਕਰੋ। ਬਾਬਾ ਜੀ ਗਊ ਦੇ ਪੱਕੇ ਰਾਖੇ ਸਨ। 1870 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਬੁੱਚੜਖਾਨੇ 'ਤੇ ਹਮਲਾ ਕਰਵਾ ਕੇ 4 ਬੁੱਚੜ ਮਾਰੇ, 3 ਜ਼ਖਮੀ ਕੀਤੇ। ਫਿਰ 1871 ਵਿੱਚ ਅੰਮ੍ਰਿਤਸਰ ਵਿਖੇ ਬੁੱਚੜਖਾਨੇ 'ਤੇ ਹਮਲਾ ਕਰਵਾ ਕੇ 3 ਬੰਦੇ ਮਾਰੇ, 9 ਜ਼ਖਮੀ ਕੀਤੇ। ਮਲੰਦ ਵਿਖੇ ਸਰਦਾਰ ਬੱਦਨ ਸਿੰਘ ਦੇ ਬੰਦਿਆਂ ਨਾਲ ਮੁੱਠਭੇੜ ਵਿੱਚ 8 ਸਿਪਾਹੀ, 7 ਕੂਕੇ ਮਾਰੇ ਗਏ। ਡੀਸੀ ਲੁਧਿਆਣਾ ਨੇ ਮਲੇਰਕੋਟਲਾ ਵਿਖੇ 17 ਜਨਵਰੀ 1872 ਈਸਵੀ ਨੂੰ 66 ਕੂਕੇ ਤੋਪਾਂ ਨਾਲ ਉਡਾ ਦਿੱਤੇ। ਬਾਬਾ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਰੰਗੂਨ ਬਰਮਾ ਵਿਖੇ ਭੇਜਿਆ, ਜਿੱਥੇ 1884 ਈਸਵੀ ਵਿੱਚ ਉਹਨਾਂ ਦੀ ਮੌਤ ਹੋ ਗਈ। ਨਾਮਧਾਰੀ ਦਾ ਮੰਤਵ ਬਾਲ ਵਿਆਹ, ਮਾਦਾ ਭਰੂਣ ਹੱਤਿਆ ਅਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨਾ ਸੀ। ਸਿੰਘ ਸਭਾ ਲਹਿਰ 1849 ਈਸਵੀ ਵਿੱਚ ਪੰਜਾਬ 'ਤੇ ਕਬਜ਼ੇ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਈਸਾਈ ਬਣਾਉਣਾ ਸ਼ੁਰੂ ਕਰ ਦਿੱਤਾ। ਸੰਨ 1873 ਈਸਵੀ ਵਿੱਚ ਸਿੱਖ ਆਗੂਆਂ ਨੇ ਅੰਮ੍ਰਿਤਸਰ ਵਿਖੇ ਮੀਟਿੰਗ ਸੱਦ ਕੇ ਗੁਰੂ ਸਿੰਘ ਸਭਾ ਬਣਾਈ। ਅਕਤੂਬਰ 1883 ਈਸਵੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਬੈਠਕ ਵਿੱਚ ਠਾਕੁਰ ਸਿੰਘ ਸੰਧਾਵਾਲੀਆ ਇਸ ਦੇ ਚੇਅਰਮੈਨ ਅਤੇ ਗਿਆਨੀ ਗਿਆਨ ਸਿੰਘ ਨੂੰ ਸਕੱਤਰ ਬਣਾਇਆ ਗਿਆ। 1899 ਈਸਵੀ ਵਿੱਚ ਪ੍ਰਧਾਨ ਗੁਰਮੁਖ ਸਿੰਘ ਨੇ ਲਾਹੌਰ ਵਿਖੇ ਸਿੰਘ ਸਭਾ ਬਣਾਈ। ਬਾਅਦ ਵਿੱਚ ਇਸ ਨੂੰ ਅੰਮ੍ਰਿਤਸਰ ਦੀ ਸਭਾ ਵਿੱਚ ਮਿਲਾ ਦਿੱਤਾ। ਸੱਚੇ
ਸਿੱਖ ਧਰਮ ਦਾ ਪ੍ਰਚਾਰ ਕਰਨਾ, ਇਸ ਦੀ ਗੁਆਚੀ ਮਾਨ ਸ਼ਾਨ ਨੂੰ ਬਹਾਲ ਕਰਨਾ, ਇਤਿਹਾਸ ਤੇ ਧਾਰਮਿਕ ਕਿਤਾਬਾਂ ਦੀ ਛਪਾਈ ਤੇ ਵੰਡ। 1892 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਦੀ ਨੀਂਹ ਰੱਖੀ। 1898 ਈਸਵੀ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਨੇ ਅਤੇ 1901 ਈਸਵੀ ਵਿੱਚ ਭਾਈ ਦਿੱਤ ਸਿੰਘ ਜੀ ਦੀ ਮੌਤ ਤੋਂ ਬਾਅਦ ਲਾਹੌਰ ਦੀਵਾਨ ਸਥਿਰ ਨਾ ਰਹਿ ਸਕਿਆ। ਇਸ ਦੀ ਥਾਂ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਨੇ ਲੈ ਲਈ। 1902 ਈਸਵੀ ਵਿੱਚ ਹਰਿਮੰਦਰ ਸਾਹਿਬ ਦੇ ਮਲਵਈ ਬੁੰਗੇ 'ਚ ਖਾਲਸਾ ਦੀਵਾਨ ਦੀ ਪਹਿਲੀ ਵੀ ਬੈਠਕ ਹੋਈ। ਅਹਿਮਦੀਆ ਲਹਿਰ, ਇਸ ਦੀ ਸਥਾਪਨਾ ਮਿਰਜ਼ਾ ਗੁਲਾਮ ਅਹਿਮਦ ਨੇ ਕੀਤੀ। 1899 ਈਸਵੀ ਵਿੱਚ ਗੁਰਦਾਸਪੁਰ ਦੇ ਕਾਦੀਆਂ ਵਿਖੇ ਕੀਤੀ। ਇਸ ਲਈ ਇਸ ਨੂੰ ਕਾਦੀਅਨ ਲਹਿਰ ਵੀ ਕਹਿੰਦੇ ਹਨ। ਉਹ ਈਸਾਈਆਂ ਅਤੇ ਆਰੀਆ ਸਮਾਜ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਨੂੰ ਇਸਲਾਮ ਲਈ ਖਤਰਾ ਸਮਝਦੇ ਸਨ। ਇਸ ਲਈ ਉਹਨਾਂ ਨੇ ਇਸਲਾਮ ਵਿੱਚੋਂ ਅੰਧ ਵਿਸ਼ਵਾਸ, ਸਮਾਜਿਕ ਕੁਰੀਤੀਆਂ ਦੂਰ ਕਰਨ ਦੇ ਯਤਨ ਸ਼ੁਰੂ ਕੀਤੇ। ਉਹਨਾਂ ਦੇ ਦੇਹਾਂਤ ਤੋਂ ਬਾਅਦ 1914 ਈਸਵੀ ਵਿੱਚ ਉਹਨਾਂ ਵਿੱਚ ਫੁੱਟ ਪੈ ਗਈ। ਇਸ ਦੇ ਦੋ ਭਾਗ ਹੋ ਗਏ, ਇੱਕ ਕੇਂਦਰੀ ਕਾਦੀਆਂ ਵਿੱਚ, ਦੂਸਰਾ ਲਾਹੌਰ ਵਿੱਚ ਬਣ ਗਿਆ। ਇਹਨਾਂ ਨੇ ਕਈ ਸਕੂਲ ਕਾਲਜ ਵੀ ਖੋਲ੍ਹੇ। ਕੱਟੜ ਸੁੰਨੀ ਮੁਸਲਮਾਨਾਂ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਹਜ਼ਰਤ ਮੁਹੰਮਦ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੂੰ ਪੈਗੰਬਰ ਮੰਨਣ ਤੋਂ ਇਨਕਾਰੀ ਸਨ। ਸਮਾਜਿਕ ਧਾਰਮਿਕ ਲਹਿਰਾਂ ਦੇ ਪ੍ਰਭਾਵ। ਦਇਆਨੰਦ ਸਰਸਵਤੀ ਅਤੇ ਵਿਵੇਕਾਨੰਦ ਵਰਗੇ ਬਹੁਤ ਸੁਧਾਰਕਾਂ ਨੇ ਭਾਰਤੀ ਦਰਸ਼ਨ ਅਤੇ ਸੱਭਿਆਚਾਰ ਨੂੰ ਕਾਇਮ ਰੱਖਿਆ। ਇਸ ਨਾਲ ਭਾਰਤੀਆਂ ਵਿੱਚ ਆਪਣੇ ਸੱਭਿਆਚਾਰ ਵਿੱਚ ਮਾਣ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ। ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਗਿਆ। ਲੜਕੀਆਂ ਲਈ ਸਕੂਲ ਖੋਲ੍ਹੇ ਗਏ, ਜਿਸ ਨਾਲ ਲੜਕੀਆਂ ਦੀ ਪੜ੍ਹਾਈ ਦਾ ਵਿਕਾਸ ਹੋਇਆ। ਸਮਾਜ ਸੁਧਾਰਕਾਂ ਦੁਆਰਾ ਚੁੱਕੇ ਗਏ ਸੱਭਿਆਚਾਰਕ ਤੇ ਵਿਚਾਰਧਾਰਕ ਸੰਘਰਸ਼ ਰਾਸ਼ਟਰੀ ਚੇਤਨਤਾ ਨੂੰ ਬਣਾਉਣ ਵਿੱਚ ਸਹਾਇਤਾ ਕੀਤੀ। ਇਸ ਤਰ੍ਹਾਂ ਉਹਨਾਂ ਨੇ ਰਾਸ਼ਟਰਵਾਦ ਦੇ ਵਿਕਾਸ ਦੇ ਲਈ ਰਾਹ ਪੱਧਰਾ ਕੀਤਾ। ਸਮਾਜਿਕ ਧਾਰਮਿਕ ਲਹਿਰਾਂ ਦੇ ਪ੍ਰਭਾਵ। ਦਇਆਨੰਦ ਸਰਸਵਤੀ, ਵਿਵੇਕਾਨੰਦ ਵਰਗੇ ਬਹੁਤ ਸੁਧਾਰਕਾਂ ਨੇ ਭਾਰਤੀ ਦਰਸ਼ਨ ਸੱਭਿਆਚਾਰ ਨੂੰ ਕਾਇਮ ਰੱਖਿਆ। ਇਸ ਲਈ ਭਾਰਤੀਆਂ ਵਿੱਚ ਆਪਣੇ ਸੱਭਿਆਚਾਰ ਵਿੱਚ ਮਾਣ, ਵਿਸ਼ਵਾਸ ਦੀ ਭਾਵਨਾ ਪੈਦਾ ਹੋਈ। ਔਰਤਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਲੜਕੀਆਂ ਲਈ ਸਕੂਲ ਖੋਲ੍ਹੇ ਗਏ, ਜਿਸ ਨਾਲ ਲੜਕੀਆਂ ਦੀ ਪੜ੍ਹਾਈ ਦਾ ਵਿਕਾਸ ਹੋਇਆ। ਸਮਾਜ ਸੁਧਾਰਕਾਂ ਦੁਆਰਾ ਚੁੱਕੇ ਗਏ ਸੱਭਿਆਚਾਰਕ ਵਿਚਾਰਧਾਰਕ ਸੰਘਰਸ਼ਾਂ ਨੇ ਰਾਸ਼ਟਰੀ ਚੇਤਨਤਾ ਨੂੰ ਬਣਾਉਣ ਵਿੱਚ ਸਹਾਇਤਾ ਕੀਤੀ। ਇਸ ਤਰ੍ਹਾਂ ਉਹਨਾਂ ਨੇ ਰਾਸ਼ਟਰ ਦੇ ਵਿਕਾਸ ਦਾ ਰਾਹ ਪੱਧਰਾ ਕੀਤਾ। ਇਹ ਸੀ ਸਮਾਜਿਕ ਧਾਰਮਿਕ ਲਹਿਰਾਂ ਨਾਲ ਸੰਬੰਧਿਤ ਮਹੱਤਵਪੂਰਨ ਵੀਡੀਓ। ਇਸ ਨੂੰ ਸੁਣ ਲੈਣਾ ਧਿਆਨ ਨਾਲ, ਸ਼ਾਰਟ ਕੁਐਸਚਨ ਨੋਟ ਕਰ ਲਿਓ। ਆਪਣਾ ਚੈਨਲ ਸਬਸਕ੍ਰਾਈਬ, ਸ਼ੇਅਰ, ਲਾਈਕ, ਕਮੈਂਟ ਕਰੋ। ਧੰਨਵਾਦ ਜੀ।